पौंग बांध क्षेत्र के आसपास बहुत से विदेशी परिंदे मर गए हैं। अभी तक की अगर बात करें तो वहां पर 2300 के करीब पंछियों के मरने की सूचना है और ये सभी पंछी वाइल्ड लाइफ के अंदर ही मिले हैं और इसकी रिपोर्ट जालंधर की लेबोरेटरी से आई है। जालंधर के नॉर्दर्न रीजनल डिजीज डायग्नोस्टिक लेबोरेटरी में डिप्टी डायरेक्टर की माने तो 30 को उनके पास 2 पंछी आए थे और 31 में उनकी रिपोर्ट पॉजिटिव आई थी। ब्यूरो फिर अचानक न्यूज़ जालंधर। सर ਜਿਹੜੇ ਸਾਡੇ ਕੋਲ ਪੌਂਗ ਡੈਮ ਤੋਂ ਜੋ ਮਾਈਗ੍ਰੇਟਰੀ ਬਰਡ ਸੀਗੇ 2 ਉਹ ਆਏ ਸੀਗੇ, ਮਰੇ ਹੋਏ ਸੀਗੇ 30 ਤਰੀਕ ਨੂੰ, ਤੇ ਫਿਰ ਉਹਨੂੰ ਅਸੀਂ ਇੱਥੇ ਆਪਣੇ ਪ੍ਰੋਸੈਸ ਕਰਕੇ ਟੈਸਟ ਲਗਵਾਇਆ ਤੇ ਸਾਨੂੰ ਸ਼ੱਕ ਲੱਗਿਆ ਜਦੋਂ ਟੈਸਟ ਵਿੱਚ ਇਹ ਲੱਗਿਆ ਕਿ ਇਹ ਪੋਜ਼ਿਟਿਵ ਲੱਗਦੇ ਆ ਬਰਡ ਫਲੂ ਲਈ, ਤੇ ਅਸੀਂ ਇਮੀਡੀਏਟਲੀ ਜਿਹੜੀ ਉਹ ਰਿਪੋਰਟ ਆ ਹਾਇਰ ਅਥਾਰਟੀ ਨੂੰ ਭੇਜੀ ਆਪਣੀ ਗਵਰਨਮੈਂਟ ਆਫ ਇੰਡੀਆ ਨੂੰ ਵੀ, ਤੇ ਉਹਦੇ ਜਿਹੜੇ ਸੈਂਪਲ ਸੀਗੇ ਅਸੀਂ ਉਹ 31 ਤਰੀਕ ਨੂੰ 31 ਦਸੰਬਰ ਨੂੰ ਅਸੀਂ ਭੋਪਾਲ ਭੇਜ ਦਿੱਤੇ ਹੈਗੇ। ਤੇ ਸਾਈਮਲਟੇਨੀਅਸਲੀ ਜਿਹੜੇ ਵਾਈਲਡ ਲਾਈਫ ਵਾਲੇ ਸੀਗੇ ਉੱਥੋਂ ਆਏ ਸੀ ਸੈਂਪਲ ਲੈ ਕੇ, ਉਹਨਾਂ ਨੂੰ ਵੀ ਇੰਸਟਰਕਟ ਕੀਤਾ ਕਿ ਤੁਸੀਂ ਵੀ ਸੈਂਪਲ ਇਹ ਉੱਥੇ ਭੇਜ ਦਿਓ। ਉਹ ਸੈਂਪਲ ਦਾ ਜਿਹੜਾ ਰਿਜ਼ਲਟ ਕੱਲ੍ਹ ਆ ਗਿਆ ਹੈ ਕਿ ਉਹਦੇ ਵਿੱਚ H5N1 ਜਿਹੜਾ ਨਾਂ ਦਾ ਸਟੇਨ ਜਿਹੜਾ ਸੀਗਾ ਉਹ ਬਰਡ ਫਲੂ ਦਾ ਮਿਲਿਆ ਹੈਗਾ, ਤੇ ਇਸ ਕਰਕੇ ਹੁਣ ਉਹ ਏਰੀਆ ਜਿਹੜਾ ਗੌਰਮੈਂਟ ਆਫ ਇੰਡੀਆ ਵੱਲੋਂ ਨੋਟੀਫਾਈ ਕਰਤਾ ਗਿਆ ਹੈਗਾ। 3 ਕਿਲੋਮੀਟਰ ਰੇਡੀਅਸ ਦੇ ਵਿੱਚ ਹਰ ਪ੍ਰਕਾਰ ਦੀ ਜਿਹੜੀ ਹੈਗੀ ਐਕਟੀਵਿਟੀ ਉਹ ਕੰਟਰੋਲ ਬੰਦ ਕਰਤੀ ਗਈ ਹੈ ਕਿ ਤਾਂ ਜੋ ਬਿਲਕੁਲ ਦੇਖਿਆ ਜਾਵੇ ਕਿ ਇਹ ਜਿਹੜੇ ਵਰਡ ਆ ਕਿਸੇ ਸਾਡੇ ਨੋਰਮਲ ਜਿਹੜੇ ਡੋਮੈਸਟਿਕ ਹੈਗੇ ਉਹਨਾਂ ਨੂੰ ਤਾਂ ਨਹੀਂ ਖਰਾਬ ਕਰਦੇ। ਇਸੇ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਕਾਂਗੜਾ ਵੱਲੋਂ ਵੀ ਅੱਜ ਪੇਪਰਸ ਦੇ ਵਿੱਚ ਉਹਨੂੰ ਚੀਜ਼ ਨੂੰ ਰਿਸਟ੍ਰਿਕਸ਼ਨ ਲਗਾਤੀ ਗਈ ਹੈ। ਤੇ ਇਸ ਤੋਂ ਬਾਅਦ ਹੁਣ ਇਹ ਜਿਹੜਾ ਡੀਨੋਟੀਫਾਈ ਕਰਨ ਵਾਸਤੇ ਸਾਨੂੰ ਜਿਹੜਾ ਪੂਰਾ ਉਹਦੀ ਫੋਲੋਅਪ ਸਾਨੂੰ ਕਰਨੀ ਪੈਗੀ। ਜਿਹੜਾ ਸਾਡਾ ਸਟੈਂਡਰਡ ਆਪਰੇਸ਼ਨ ਹੈਗਾ ਬਰਡ ਫਲੂ ਦਾ, ਉਹਦੇ ਵਿੱਚ ਅਸੀਂ ਨੋਰਮਲ ਸਾਡੇ ਕੋਲ ਸੈਂਪਲ ਆਉਂਦੇ ਰਹਿੰਦੇ ਆ, ਪਰ ਇਹ ਜਿਹੜੇ ਸੈਂਪਲ ਆ ਨੋਰਮਲ ਡੋਮੈਸਟਿਕ ਪੋਲਟਰੀ ਦੇ ਨਹੀਂ ਸੀ, ਨਾ ਕਿਸੇ ਬੈਕਯਾਰਡ ਪੋਲਟਰੀ ਦੇ ਸੀ, ਸਿਰਫ ਇਹ ਵਾਈਲਡ ਲਾਈਫ ਜਿਹੜੀ ਗੀਜ਼ ਸੀਗੀਆਂ ਉਹਨਾਂ ਦੇ 2 ਸੈਂਪਲ ਸੀਗੇ ਤੇ ਉਹਦੇ ਵਿੱਚ ਪੋਜ਼ਿਟਿਵ ਮਿਲਿਆ ਹੈਗਾ। ਠੀਕ ਹੈ ਸਰ, ਇਹ ਕਿੰਨੇ ਸਾਲ ਬਾਅਦ ਇਹ ਆਏ ਨੇ ਰਿਜ਼ਲਟ ਐਸੇ ਬਿਮਾਰੀ ਆਈ ਹੈ ਆਪਾਂ ਕਹਿ ਸਕਦੇ ਕਿਉਂਕਿ 2006 ਇਹ ਤੋਂ 2010 ਸਾਲਾਂ ਤੋਂ ਆਪਾਂ ਇਹਦੀ ਸਰਵੇਲੈਂਸ ਕਰਦੇ ਪਏ ਹਾਂ, ਪਰ ਰੀਸੈਂਟਲੀ ਸਾਡੇ ਜਿਹੜਾ ਇਹ ਕਾਫੀ 2-3 ਸਾਲ ਤੋਂ ਸਾਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਤੇ 2015-16 ਦੇ ਵਿੱਚ ਹੀ ਸਾਡੇ ਪੰਜਾਬ ਦੇ ਵਿੱਚ ਰਾਜਪੁਰੇ ਦੇ ਵਿੱਚ ਸ਼ਾਇਦ ਇਹ ਹੋਇਆ ਸੀ, ਇੱਕ ਵਾਰੀ ਸੁਖਨਾ ਲੇਖ ਦੇ ਵਿੱਚ ਵੀ ਹੋਇਆ ਸੀ, ਮਤਲਬ ਕਿ 15-16 ਤੋਂ ਬਾਅਦ ਇਹ ਪਹਿਲੀ ਵਾਰੀ ਇਹ ਦੇਖਿਆ ਗਿਆ ਹੁਣ। ਤੇ ਸਰ ਇਹਦੇ ਵਿੱਚ ਆਮ ਲੋਕਾਂ ਨੂੰ ਕੋਈ ਪੈਨਿਕ ਹੋਣ ਦੀ ਜ਼ਰੂਰਤ ਕੋਈ ਲੋੜ ਨਹੀਂ। ਇਹਦਾ ਨਾਲ ਨਾ ਕਿਸੇ ਦਾ ਕਰੋਨਾ ਦੇ ਨਾਲ ਕੋਈ ਲੈਣਾ ਦੇਣਾ ਹੈ, ਇੱਕ ਸੈਪਰੇਟ ਬਿਮਾਰੀ ਹੈਗੀ ਹੈ, ਤੇ ਇਹਦਾ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਆਮ ਪਬਲਿਕ ਨੂੰ ਅਸੀਂ ਜਿੰਨੀ ਵੀ ਇhtiyat ਹੈ ਕਿ ਜਿਸ ਏਰੀਏ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਉਹਨੂੰ ਅਸੀਂ ਬਿਲਕੁਲ ਸੈਪਰੇਟ ਕਰਕੇ ਕੋਈ ਜਿਹੜੀ ਹੈਗੀ ਆ ਕੁਆਰੰਟਾਈਨ ਜ਼ੋਨ ਬਣਾ ਦਿੰਦੇ ਹਾਂ। ਅਸੀਂ ਬਿਲਕੁਲ ਜਿਹੜੀ ਉੱਥੇ ਡੋਮੈਸਟਿਕ ਪੋਲਟਰੀ ਦਾ ਬੈਕਯਾਰਡ ਪੋਲਟਰੀ ਆ ਉਹਨਾਂ ਦੇ ਰੀਸੈਂਪਲਿੰਗ ਕਰਾਂਗੇ ਕਿ ਕਿਤੇ ਸਾਡੇ ਲੋਕਲ ਜਾਨਵਰਾਂ ਦੇ ਵਿੱਚ ਤਾਂ ਨਹੀਂ ਇਹ ਪ੍ਰੋਬਲਮ ਆ ਗਈ। ਜੇ ਜਦੋਂ ਉਹ ਸੈਂਪਲ ਸਾਡੇ ਲੈ ਲਾਂਗੇ ਜਾਂ ਜਿਹੜੇ ਡੈਡ ਬਰਡ ਹੋਰ ਹੋਣਗੇ ਉਹਨਾਂ ਨੂੰ ਦੁਬਾਰਾ ਫਿਰ ਚੈੱਕ ਕਰਾਂਗੇ, ਤੇ ਜਿੰਨੇ ਚਿਰ ਉਹ ਉੱਥੋਂ ਪਤਾ ਨਹੀਂ ਲੱਗਦਾ ਵੀ ਇਹ ਇੱਥੇ ਕੋਈ ਹੈ ਨਹੀਂ ਬਿਮਾਰੀ ਸਾਡੇ, ਤੇ ਸਾਨੂੰ ਪੈਨਿਕ ਹੋਣ ਦੀ ਤਾਂ ਲੋੜ ਕੋਈ ਨਹੀਂ, ਪਰ ਕਿ ਅਸੀਂ ਉੱਥੇ ਰਿਸਟ੍ਰਿਕਸ਼ਨ ਲਗਵਾਤੀ ਆ ਉਸ ਏਰੀਏ ਦੇ ਵਿੱਚ। ਹੁਣ ਮਾਈਗ੍ਰੇਟ ਬਰਡ ਹੈ ਕਿੱਥੋਂ ਇਹ ਥੋੜਾ ਜਿਹਾ ਦੱਸ। ਇਹਦੇ ਬਾਰੇ ਤਾਂ ਕੋਈ ਐਗਜ਼ੈਕਟ ਨਹੀਂ ਦੱਸਿਆ ਜਾਂਦਾ ਕਿਹੜੀ ਜਗ੍ਹਾ ਤੋਂ, ਜਿੱਦਾਂ ਹੈ ਇੰਡੀਆ ਦੇ ਨਹੀਂ, ਇੰਡੀਆ ਦੇ ਨਹੀਂ ਹੈਗੇ, ਬਾਹਰੋਂ ਆਏ ਮਾਈਗ੍ਰੇਟਰੀ ਬਰਡਸ। ਦੇਖੋ ਜੀ, ਬਰਡ ਫਲੂ ਜਿਹੜੀ ਬਿਮਾਰੀ ਹੈ ਇਹ ਜ਼ਿਆਦਾਤਰ ਪੰਛੀਆਂ ਵਿੱਚ ਪਾਈ ਜਾਂਦੀ ਹੈ, ਤੇ ਇਹ ਡੋਮੈਸਟਿਕੇਟ ਬਰਡ 'ਚ ਵੀ ਹੋ ਸਕਦੀ ਹੈ, ਤੇ ਇਹ ਜਿਹੜੀ ਹੈਗੀ ਆ ਮਾਈਗ੍ਰੇਟਰੀ ਬਰਡਸ ਜਾਂ ਵਾਈਲਡ ਬਰਡ ਜਿਹੜੇ ਉਹਨਾਂ 'ਚ ਵੀ ਹੋ ਸਕਦੀ ਹੈਗੀ ਹੈ। ਤੇ ਜਿੱਥੇ ਤੱਕ ਇਹ ਆਊਟਬ੍ਰੇਕ ਦੀ ਗੱਲ ਹੈਗੀ ਹੈ, ਇਹ ਵਾਈਲਡ ਬਰਡ ਦੇ ਵਿੱਚ ਪਾਈ ਗਈ ਹੈ, ਤੇ ਵਾਈਲਡ ਬਰਡ ਦੇ ਵਿੱਚ ਵੀ ਮਾਈਗ੍ਰੇਟਰੀ ਬਰਡਸ ਪਾਈ ਗਈ ਹੈ। ਤੇ ਮਾਈਗ੍ਰੇਟਰੀ ਬਰਡਸ ਦਾ ਕੋਈ ਫਿਕਸ ਦਿਨਾਂ ਦਾ ਮਤਲਬ ਟਰੈਵਲਿੰਗ ਪਾਥ ਨਹੀਂ ਹੁੰਦਾ ਹੈਗਾ, ਇਹ ਕਈ ਹਜ਼ਾਰਾਂ ਕਿਲੋਮੀਟਰ ਟਰੈਵਲ ਕਰਕੇ ਆਉਂਦੇ ਹੈਗੇ ਨੇ। ਤੇ ਇਹ ਹੁਣ ਜਿਵੇਂ ਦੱਸਿਆ ਕਿ ਇੱਧਰ ਹਿਮਾਚਲ ਦੇ ਕਾਂਗੜਾ ਡਿਸਟ੍ਰਿਕਟ ਦੇ ਵਿੱਚ ਇੱਕ ਵਾਟਰ ਬੋਡੀ ਸੀਗੀ, ਉੱਥੇ ਮੋਰਟੈਲਿਟੀ ਹੋਈ ਸੀਗੀ, ਤੇ ਉੱਥੇ ਪੋਜ਼ਿਟਿਵ ਪਾਇਆ ਗਿਆ ਸੈਂਪਲ। ਤੇ ਇਹਦੇ ਵਿੱਚ ਪ੍ਰੀਕਾਸ਼ਨਸ ਇਹੀ ਹੈਗੀਆਂ ਨੇ ਕਿਉਂਕਿ ਇਹਦੀ ਜੈਨੇਟਿਕ ਇੰਪੋਰਟੈਂਸ ਹੈਗੀ ਹੈ, ਤੇ ਇਸ ਕਰਕੇ ਆਪਾਂ ਨੂੰ ਜਿਹੜੀ ਵੀ ਕੋਈ ਪ੍ਰੋਡਕਟ ਵਗੈਰਾ ਖਾਣਾ ਹੈ, ਅੱਬਲ ਤਾਂ ਵੈਸੇ ਇੱਥੇ ਡੋਮੈਸਟਿਕ ਬਰਡ 'ਚ ਹੈ ਨਹੀਂ ਗੀ, ਜਿਵੇਂ ਮੀਟ ਜਾਂ ਐਗ ਵਗੈਰਾ ਕੰਜ਼ਿਊਮ ਕਰਦੇ ਹਾਂ, ਤੇ ਜੇ ਆਪਾਂ ਇਨ ਜਨਰਲ ਵੀ ਸਾਡੀਆਂ ਪੰਜਾਬ ਸਰਕਾਰ ਜਾਂ ਗਵਰਨਮੈਂਟ ਆਫ ਇੰਡੀਆ ਸਰਕੂਲੇਟ ਕਰਦੀ ਹੈ ਕਿ ਜਿਹੜੀ ਵੀ ਚੀਜ਼ ਖਾਣੀ ਹੈ ਕੋਸ਼ਿਸ਼ ਕਰੋ ਕਿ ਚੰਗੀ ਤਰ੍ਹਾਂ ਪਕਾ ਕੇ ਖਾਈ ਜਾਵੇ, ਚੰਗੀ ਤਰ੍ਹਾਂ ਉਬਾਲ ਕੇ ਖਾਈ ਜਾਵੇ, ਕਿਉਂਕਿ ਇਹ ਜਿਹੜਾ ਵਾਇਰਸ ਹੈਗਾ ਵਾ ਇੱਕ ਸਪੈਸੀਫਿਕ ਟੈਂਪਰੇਚਰ ਬੋਇਲਿੰਗ ਟੈਂਪਰੇਚਰ ਉੱਪਰ ਇਹ ਖਤਮ ਹੋ ਜਾਂਦਾ ਹੈਗਾ। ਤੇ ਸੋ ਮੇਰੇ ਖਿਆਲ ਨਾਲ ਇਹਦੇ 'ਚ ਕੋਈ ਪੈਨਿਕ ਵਾਲੀ ਗੱਲ ਹੈ ਨਹੀਂ ਗੀ। ਤੇ ਬਾਕੀ
ਸਾਡਾ ਜਿਹੜਾ ਬੀਇੰਗ ਇੰਪੋਰਟੈਂਟ ਪਾਰਸਲ ਆਫ ਡਿਪਾਰਟਮੈਂਟ ਪੰਜਾਬ ਸਰਕਾਰ, ਗਵਰਨਮੈਂਟ ਆਫ ਇੰਡੀਆ, RDDL ਸਾਰੇ ਆਪਾਂ ਅੱਗੇ ਵੀ ਕੰਮ ਕਰਦੇ ਆ ਰਹੇ ਹਾਂ। ਸਰਵੇਲੈਂਸ ਦਾ ਐਕਟਿਵ ਤੇ ਪੈਸਿਵ ਸਰਵੇਲੈਂਸ ਦੇਖਦੇ ਹਾਂ ਕਿ ਤਾਂ ਕਿ ਇਹਦੀ ਸਰਕੂਲੇਸ਼ਨ ਆਫ ਵਾਇਰਸ ਕਿਤੇ ਹੈ ਤੇ ਨਹੀਂ, ਜਿਵੇਂ ਕਿ ਉਸ ਏਰੀਆ 'ਚ ਆ ਗਈ ਹੈ, ਬੈਨ ਲੱਗ ਗਿਆ ਵਾ, ਉਸ ਏਰੀਆ ਨੂੰ ਕੰਟਰੋਲ ਕਰ ਲਿਆ ਤਾਂ ਕਿ ਕੋਈ ਮੂਵਮੈਂਟ ਵਗੈਰਾ ਨਾ ਹੋਵੇ। ਉਸ ਏਰੀਆ ਦੇ ਕੁਝ ਸਪੈਸੀਫਿਕ ਕਿਲੋਮੀਟਰ ਦੇ ਵਿੱਚ ਆਪਾਂ ਸੈਂਪਲ ਡੋਮੈਸਟਿਕ ਬਰਡ 'ਚ ਵੀ ਲਵਾਂਗੇ, ਵਾਈਲਡ ਬਰਡ 'ਚ ਵੀ ਲਵਾਂਗੇ। ਜੇ ਕੋਈ ਅਨਯੂਜੂਅਲ ਮੋਰਟੈਲਿਟੀ ਜਾਂ ਕੋਈ ਜਾਨਵਰ ਮਰ ਜਾਂਦਾ ਉਹਨੂੰ ਵੀ ਆਪਾਂ ਚੈੱਕ ਕਰਕੇ ਇਹਦੀ ਪੜਤਾਲ ਕਰਾਂਗੇ ਤਾਂ ਕਿ ਕਿਤੇ ਉਹ ਵਾਇਰਸ ਦੀ ਟਰਾਂਸਮਿਸ਼ਨ ਤਾਂ ਨਹੀਂ ਹੋਈ ਹੈਗੀ।